ਇੱਕ ਬਾਸਰ ਕੇ ਪਿੰਡ ਵਿੱਚ ਤੇਜੋ ਖੱਤਰੀ ਰਹਿੰਦਾ ਸੀ, ਜੋ ਵੱਡੇ ਭਾਗਾਂ ਕਰਕੇ ਸਦਾ ਹੀ ਪ੍ਰਭੂ ਨੂੰ ਸਿਮਰਦਾ ਰਹਿੰਦਾ ਸੀ। ਇਹਨਾਂ ਦੇ ਘਰ 4 ਪੁੱਤਰ ਹੋਏ। ਸਭ ਤੋਂ ਵੱਡੇ ਸ਼੍ਰੀ ਅਮਰਦਾਸ ਜੀ ਸਨ। ਛੋਟੇ 3 ਪੁੱਤਰ ਖੇਤੀ ਦਾ ਕੰਮ ਕਰਦੇ ਸਨ ਤੇ ਸ਼੍ਰੀ ਤੇਜੋ ਜੀ ਬੈਠੇ ਪ੍ਰਭੂ ਭਗਤੀ ਕਰਦੇ ਰਹਿੰਦੇ ਸਨ। ਬਾਬੇ ਤੇਜੋ ਨੇ ਸਭ ਦੇ ਵਿਆਹ ਕਰ ਦਿੱਤੇ ਅਤੇ ਸਭ ਆਪੋ ਆਪਣੇ ਥਾਂ ਸੁਖੀ ਰਹਿਣ ਲੱਗੇ। ਸਭ ਦੇ ਘਰ ਪੁੱਤਰ ਪੋਤਰੇ ਹੋ ਗਏ। ਸ਼੍ਰੀ ਅਮਰਦਾਸ ਜੀ ਨੇ ਆਪਣੇ ਪਿੰਡ ਬਾਸਰਕੇ ਵਿੱਚ ਬਹੁਤ ਸਮਾਂ ਪਿੰਡਾਂ ਵਿੱਚ ਫੇਰੀ ਫੇਰ ਕੇ ਸੌਦਾ ਵੇਚ ਕੇ ਬਿਤਾਇਆ। ਆਪ ਜੀ ਧਰਮ ਦੀ ਕਮਾਈ ਕਰਦੇ ਅਤੇ ਪ੍ਰਭੂ ਸਿਮਰਨ ਵਿੱਚ ਮਨ ਨੂੰ ਸਦਾ ਜੋੜੀ ਰੱਖਦੇ ਸਨ। ਜਦ ਪਿਛਲੀ ਅਵਸਥਾ ਹੋ ਗਈ ਤਾਂ ਇੱਕ ਦਿਨ ਆਪ ਨੇ ਵਿਚਾਰਿਆ ਕਿ ਹੁਣ ਕੋਈ ਸ਼ੁਭ ਕਰਮ ਕਰਕੇ ਆਪਣੇ ਪਰਲੋਕ ਸੁਧਾਰਨਾ ਚਾਹੀਦਾ ਹੈ। ਇਸ ਵਿਚਾਰ ਅਨੁਸਾਰ ਆਪ 6 ਮਹੀਨੇ ਦੇ 6 ਮਹੀਨੇ ਪੈਦਲ ਤੁਰ ਕੇ ਗੰਗਾ ਜਾਂਦੇ ਅਤੇ ਇਸ਼ਨਾਨ ਕਰਕੇ ਬੜੇ ਪ੍ਰਸੰਨ ਹੁੰਦੇ। ਉੱਥੇ ਜਾ ਕੇ ਆਪ ਜੀ ਵਰਤ ਰੱਖਦੇ, ਪੁੰਨ ਦਾਨ ਕਰਦੇ ਅਤੇ ਹੋਰ ਧਾਰਮਿਕ ਰਸਮਾਂ ਨਿਸ਼ਕਾਮ ਹੋ ਕੇ ਕਰਦੇ। ਇਸ ਤਰ੍ਹਾਂ ਆਪ ਜੀ 19 ਵਾਰ ਬੜੀ ਸ਼ਰਧਾ ਨਾਲ ਇਸ਼ਨਾਨ ਕਰ ਚੁੱਕੇ। ਜਦ 20ਵੀਂ ਵਾਰ ਤੁਰੇ ਤਾਂ ਰਾਸਤੇ ਵਿੱਚ ਇੱਕ ਪ੍ਰਸਿੱਧ ਦੁਰਗਾ ਪੰਡਤ ਆਪਣੇ ਮੇਹੜੀ ਪਿੰਡ ਰਹਿੰਦਾ ਸੀ, ਜੋ ਗੰਗਾ ਇਸ਼ਨਾਨ ਦੇ ਯਾਤਰੂਆਂ ਨੂੰ ਆਪਣੇ ਘਰ ਵਿਸ਼ਰਾਮ ਕਰਾਉਂਦਾ ਹੁੰਦਾ ਸੀ। ਦੁਪਹਿਰ ਦਾ ਸਮਾਂ ਕੱਟਣ ਵਾਸਤੇ ਸ਼੍ਰੀ ਅਮਰਦਾਸ ਜੀ ਵੀ ਇਸ ਦੇ ਵਿਸ਼ਰਾਮ ਘਰ ਚਲੇ ਗਏ। ਆਪ ਜੀ ਉੱਥੇ ਲੇਟੇ ਹੋਏ ਸਨ ਕਿ ਦੁਰਗਾ ਪੰਡਤ ਵੀ ਉੱਥੇ ਆ ਗਿਆ। ਪੰਡਤ ਦੀ ਨਜ਼ਰ ਸੁਭਾਵਕ ਹੀ ਆਪ ਜੀ ਦੇ ਪੈਰ ਦੀ ਤਲੀ ਤੇ ਜਾ ਪਈ। ਆਪ ਜੀ ਦੀ ਤਲੀ ਵਿੱਚ ਪਦਮ ਰੇਖਾ ਦਾ ਨਿਸ਼ਾਨ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਵਿਚਾਰਨ ਲੱਗਾ ਕਿ ਇਸ ਉੱਤਮ ਲੱਛਣ ਵਾਲਾ ਵਿਸ਼ਨੂੰ ਦਾ ਅਵਤਾਰ ਜਾਂ ਚੱਕਰਵਰਤੀ ਰਾਜਾ ਹੋਣਾ ਚਾਹੀਦਾ ਹੈ। ਇਸ ਵਿਚਾਰ ਵਿੱਚ ਹੀ ਬੈਠਾ ਪੰਡਤ ਗਿਣਤੀਆਂ ਗਿਣਦਾ ਰਿਹਾ ਅਤੇ ਜਦ ਸ਼੍ਰੀ ਅਮਰਦਾਸ ਜੀ ਜਾਗ ਕੇ ਉੱਠੇ ਤਾਂ ਆਪ ਜੀ ਨੇ ਪੰਡਤ ਨੂੰ ਨਮਸਕਾਰ ਕਰਕੇ ਆਖਿਆ, ਤੁਸੀਂ ਗੰਗਾ ਮਾਈ ਦੇ ਯਾਤਰੂਆਂ ਦੀ ਬਹੁਤ ਸੇਵਾ ਕਰਦੇ ਹੋ, ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਤੁਸੀਂ ਧੰਨਤਾ ਯੋਗ ਹੋ। ਇਹ ਆ ਕੇ ਜਦ ਗੁਰੂ ਜੀ ਕੁਝ ਦਛਣਾ ਦੇਣ ਲੱਗੇ ਤਾਂ ਪੰਡਤ ਨੇ ਕਿਹਾ, ਇਹ ਦਛਣਾ ਮੈਂ ਹੁਣ ਨਹੀਂ ਲੈਂਦਾ, ਜਦ ਆਪ ਬਹੁਤ ਸਮਰਥਵਾਨ ਹੋ ਜਾਓਗੇ ਤਾਂ ਫਿਰ ਲਵਾਂਗਾ। ਹੁਣ ਕੇਵਲ ਇਤਨਾ ਹੀ ਵਚਨ ਦੇ ਦਿਓ ਕਿ ਜਦ ਆਪ ਬਹੁਤ ਬੜੇ ਹੋ ਜਾਓਗੇ ਤਾਂ ਮੈਨੂੰ ਮੂੰਹੋਂ ਮੰਗਿਆ ਦਾਨ ਦਿਓਗੇ। ਤੁਸੀਂ ਮੇਰੀ ਅੱਜ ਦੀ ਇਸ ਗੱਲ ਨੂੰ ਯਾਦ ਰੱਖਣਾ, ਮੈਂ ਤੁਹਾਨੂੰ ਤਦੋਂ ਆਣ ਮਿਲਾਂਗਾ। ਗੁਰੂ ਜੀ ਨੇ ਕਿਹਾ, ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅਸੀਂ ਬੜੀ ਵੱਡੀ ਪਦਵੀ ਪ੍ਰਾਪਤ ਕਰਾਂਗੇ? ਪੰਡਤ ਨੇ ਕਿਹਾ, ਤੁਹਾਡੇ ਪੈਰ ਵਿੱਚ ਪਦਮ ਰੇਖਾ ਹੈ, ਜਿਸ ਦਾ ਇਹੀ ਫਲ ਹੈ ਕਿ ਤੁਸੀਂ ਚੱਕਰਵਰਤੀ ਰਾਜੇ ਜਾਂ ਵਿਸ਼ਨੂੰ ਦਾ ਅਵਤਾਰ ਹੋਵੋਗੇ। ਜੇਕਰ ਇਸ ਦਾ ਫਲ ਤੁਹਾਨੂੰ ਪਹਿਲਾਂ ਨਹੀਂ ਮਿਲਿਆ ਤਾਂ ਹੁਣ ਮਿਲੇਗਾ। ਪੰਡਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਚੰਗਾ, ਜੇਕਰ ਤੇਰਾ ਇਹ ਬਚਨ ਸੱਚਾ ਹੋ ਗਿਆ ਤਾਂ ਸਾਨੂੰ ਆਣ ਕੇ ਮਿਲਣਾ, ਤਦ ਜੋ ਮੰਗੋਗੇ ਅਸੀਂ ਦੇਵਾਂਗੇ। ਇਹ ਬਚਨ ਦੇ ਕੇ ਗੁਰੂ ਜੀ ਘਰ ਨੂੰ ਤੁਰ ਪਏ। ਰਾਸਤੇ ਵਿੱਚ ਆਪ ਜੀ ਨੂੰ ਇੱਕ ਬ੍ਰਹਮਚਾਰੀ ਸਾਧੂ ਮਿਲ ਪਿਆ। ਗੁਰੂ ਜੀ ਉਸ ਨਾਲ ਸਤਸੰਗ ਕਰਦੇ ਹੋਏ ਉਸ ਦੇ ਨਾਲ ਹੀ ਆਪਣੇ ਘਰ ਬਾਸਰ ਕੇ ਆ ਗਏ। ਘਰ ਆਣ ਕੇ ਖਾਣ ਪਾਨ ਕਰਕੇ ਜਦ ਗੱਲਾਂ ਬਾਤਾਂ ਛਿੜ ਪਈਆਂ ਤਾਂ ਬ੍ਰਹਮਚਾਰੀ ਨੇ ਪੁੱਛਿਆ, ਭਗਤ ਜੀ, ਤੁਹਾਡਾ ਗੁਰੂ ਕਿਹੜਾ ਹੈ ਜਿਸ ਤੋਂ ਤੁਸੀਂ ਗੁਰਮੰਤਰ ਲਿਆ ਹੈ? ਸ਼੍ਰੀ ਅਮਰਦਾਸ ਜੀ ਨੇ ਕਿਹਾ, ਮੈਂ ਅਜੇ ਕੋਈ ਗੁਰੂ ਧਾਰਨ ਨਹੀਂ ਕੀਤਾ, ਭਾਵੇਂ ਮੇਰੀ ਬਹੁਤ ਚਿਰ ਤੋਂ ਗੁਰੂ ਧਾਰਨ ਦੀ ਇੱਛਾ ਹੈ, ਪਰ ਮਿਲਿਆ ਕੋਈ ਨਹੀਂ। ਆਪ ਦੀ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੇ ਮਨ ਵਿੱਚ ਬਹੁਤ ਦੁਖੀ ਹੋ ਕੇ ਕਿਹਾ, ਮੇਰੇ ਤੀਰਥ ਬ੍ਰਤ ਤੇ ਤਪ ਆਦਿ ਸਭ ਨਸ਼ਟ ਹੋ ਗਏ ਹਨ, ਜੋ ਮੈਂ ਆਪ ਜੈਸੇ ਨਿਗੁਰੇ ਦੀ ਸੰਗਤ ਕਰਕੇ ਤੁਹਾਡੇ ਹੱਥੋਂ ਖਾਣਾ ਪੀਣਾ ਕੀਤਾ ਹੈ। ਮੇਰੀ ਸਾਰੀ ਘਾਲ ਵਿਅਰਥ ਚਲੀ ਗਈ ਹੈ। ਇਹ ਗੱਲ ਆ ਕੇ ਉਹ ਗੁੱਸੇ ਨਾਲ ਉੱਠ ਕੇ ਤੁਰ ਗਿਆ ਅਤੇ ਸ਼੍ਰੀ ਅਮਰਦਾਸ ਜੀ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਲੱਗ ਗਿਆ। ਹੋਰ ਸਾਰੀਆਂ ਗੱਲਾਂ ਨੂੰ ਭੁੱਲ ਕੇ ਆਪ ਜੀ ਨੂੰ ਇੱਕ ਇਹ ਲਿਵ ਲੱਗ ਗਈ ਕਿ ਕੋਈ ਗੁਰੂ ਮਿਲੇ ਤਾਂ ਮੈਂ ਉਸ ਨੂੰ ਛੇਤੀ ਹੀ ਧਾਰਨ ਕਰ ਲਵਾਂ। ਫਿਰ ਆਪ ਜੀ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਹੇ ਦੀਨ ਬੰਧੂ, ਮੇਰੀ ਆਸਾ ਪੂਰੀ ਕਰੋ, ਮੈਨੂੰ ਸਤਿਗੁਰ ਜੀ ਦਾ ਮੇਲ ਹੋ ਜਾਵੇ। ਇਸ ਤਰ੍ਹਾਂ ਆਪ ਜੀ ਰਾਤ ਦਿਨ ਹੀ ਅਰਦਾਸਾਂ ਕਰਦੇ ਰਹਿੰਦੇ ਸਨ। ਸ਼੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ। ਇਹ ਬੀਬੀ ਰੋਜ਼ ਹੀ ਅੰਮ੍ਰਿਤ ਵੇਲੇ ਜਾਗ ਕੇ ਬੜੇ ਪ੍ਰੇਮ ਨਾਲ ਗੁਰੂ ਨਾਨਕ ਜੀ ਦੀ ਬਾਣੀ ਪੜ੍ਹਦੀ ਹੁੰਦੀ ਸੀ। ਇੱਕ ਦਿਨ ਜਦ ਬੀਬੀ ਦੁੱਧ ਰਿੜਕ ਰਹੀ ਸੀ ਅਤੇ ਨਾਲ ਹੀ ਨਾਲ ਬੜੀ ਮਿੱਠੀ ਸੁਰ ਨਾਲ ਬਾਣੀ ਦਾ ਪਾਠ ਕਰ ਰਹੀ ਸੀ। ਇਸ ਮਿੱਠੀ ਧੁਨ ਨੂੰ ਸ਼੍ਰੀ ਅਮਰਦਾਸ ਜੀ ਨੇ, ਜਿਨ੍ਹਾਂ ਨੂੰ ਗੁਰੂ ਦੀ ਭਾਲ ਵਿੱਚ ਨੀਂਦ ਨਹੀਂ ਸੀ ਆ ਰਹੀ, ਜਦ ਸੁਣਿਆ ਤਾਂ ਉਹ ਓਹਲੇ ਹੋ ਕੇ ਬੀਬੀ ਦੇ ਹੋਰ ਨੇੜੇ ਬੈਠ ਕੇ ਸਾਰੀ ਬਾਣੀ ਸੁਣਦੇ ਰਹੇ। ਬਾਣੀ ਨੂੰ ਸੁਣ ਕੇ ਆਪ ਜੀ ਦੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋ ਗਈ। ਆਪ ਜੀ ਨੇ ਦਿਨ ਚੜ੍ਹੇ ਬੀਬੀ ਜੀ ਨੂੰ ਪੁੱਛਿਆ, ਪੁੱਤਰੀ, ਇਹ ਤੂੰ ਕਿਸ ਦੀ ਬਾਣੀ ਪੜ੍ਹਦੀ ਸੀ? ਬੀਬੀ ਨੇ ਕਿਹਾ, ਪਿਤਾ ਜੀ,
ਇਹ ਬਾਣੀ ਮੈਂ ਆਪਣੇ ਪਿਤਾ ਜੀ ਪਾਸੋਂ, ਜੋ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਉੱਤੇ ਹਨ, ਸਿੱਖੀ ਹੈ। ਤਦ ਸ਼੍ਰੀ ਅਮਰਦਾਸ ਜੀ ਨੇ ਕਿਹਾ, ਪੁੱਤਰੀ ਇਹ ਬਾਣੀ ਇੱਕ ਵਾਰ ਫੇਰ ਪੜ੍ਹ ਕੇ ਮੈਨੂੰ ਸੁਣਾ। ਬੀਬੀ ਅਮਰੋ ਜੀ ਨੇ ਉਹ ਸ਼ਬਦ ਜਿਹੜੇ ਉਹ ਪੜ੍ਹ ਰਹੇ ਸੀ ਦੁਬਾਰਾ ਫੇਰ ਤੋਂ ਉਚਾਰਨ ਕੀਤੇ। ਜਦ ਬੜੇ ਪ੍ਰੇਮ ਨਾਲ ਸ਼ਬਦ ਸੁਣ ਕੇ ਆਪ ਜੀ ਨੇ ਇਸ ਦੇ ਭਾਵ ਅਰਥ ਵਿਚਾਰੇ ਤਾਂ ਕਹਿਣ ਲੱਗੇ, ਤਦ ਮੇਰੀ ਦਸ਼ਾ ਹੁਣ ਅਜਿਹੀ ਹੈ ਜੈਸੀ ਸ਼ਬਦ ਵਿੱਚ ਵਰਣਨ ਕੀਤੀ ਹੈ। ਜਵਾਨ ਅਵਸਥਾ ਬੀਤ ਗਈ ਹੈ, ਜੋ ਲੋਹਾ ਹੁੰਦਾ ਸੀ ਮਨੂਰ ਹੋ ਗਿਆ ਹੈ, ਜੋ ਕਿਸੇ ਕੰਮ ਨਹੀਂ ਆਉਂਦਾ। ਲੋਹੇ ਨੂੰ ਪਾਰਸ ਛੂਹੇ ਤਾਂ ਸੋਨਾ ਹੋ ਜਾਂਦਾ ਹੈ। ਮੈਨੂੰ ਮਨੂਰ ਰੂਪੀ ਨੂੰ ਜੇ ਗੁਰ ਮਿਲ ਜਾਵੇ ਤਾਂ ਮੈਨੂੰ ਸੋਨੇ ਵਾਂਗੂ ਸ਼ੁੱਧ ਕਰਕੇ ਸਵਾਰ ਲੈਣ। ਇਹ ਵਿਚਾਰ ਕੇ ਸ਼੍ਰੀ ਅਮਰਦਾਸ ਜੀ ਨੇ ਬੀਬੀ ਜੀ ਨੂੰ ਕਿਹਾ, ਪੁੱਤਰੀ ਮੇਰੇ ਉੱਤੇ ਤੂੰ ਇਹ ਪਰਉਪਕਾਰ ਕਰ, ਮੈਨੂੰ ਆਪਣੇ ਪਿਤਾ ਜੀ ਪਾਸ ਖਡੂਰ ਲੈ ਚੱਲ। ਮੈਨੂੰ ਉਹਨਾਂ ਦੇ ਦਰਸ਼ਨ ਕਰਨ ਦੀ ਬਹੁਤ ਤਾਂਘ ਲੱਗੀ ਹੋਈ ਹੈ। ਬੀਬੀ ਨੇ ਕਿਹਾ, ਪਿਤਾ ਜੀ ਮੈਂ ਤੁਹਾਡੇ ਨਾਲ ਆਪਣੇ ਪਿਤਾ ਜੀ ਪਾਸ ਜਾਣ ਨੂੰ ਤਿਆਰ ਹਾਂ, ਪਰ ਉਹਨਾਂ ਦੀ ਆਗਿਆ ਹੈ ਕਿ ਉਹਨਾਂ ਦੇ ਬੁਲਾਏ ਬਿਨਾਂ ਨਹੀਂ ਆਉਣਾ। ਸੋ ਮੈਨੂੰ ਇਹ ਡਰ ਹੈ ਕਿ ਜੇ ਮੈਂ ਉਹਨਾਂ ਦੀ ਆਗਿਆ ਤੋਂ ਬਿਨਾਂ ਹੀ ਤੁਹਾਡੇ ਨਾਲ ਚਲੀ ਗਈ ਤਾਂ ਪਿਤਾ ਜੀ ਗੁੱਸੇ ਨਾ ਹੋ ਜਾਣ। ਇਸ ਪਰ ਸ਼੍ਰੀ ਅਮਰਦਾਸ ਜੀ ਨੇ ਕਿਹਾ, ਪੁੱਤਰੀ ਤੂੰ ਚਿੰਤਾ ਨਾ ਕਰ, ਜੇ ਉਹ ਅੰਤਰਜਾਮੀ ਹਨ ਤਾਂ ਸਾਡੇ ਪ੍ਰੇਮ ਨੂੰ ਵੇਖ ਕੇ ਗੁੱਸਾ ਨਹੀਂ ਕਰਨਗੇ। ਸ਼੍ਰੀ ਗੁਰੂ ਅਮਰਦਾਸ ਜੀ ਦੀ ਇਹ ਗੱਲ ਸੁਣ ਕੇ ਬੀਬੀ ਕਹਾਰਾਂ ਨੂੰ ਬੁਲਾ ਕੇ ਆਪ ਡੋਲੀ ਵਿੱਚ ਚੜ੍ਹ ਬੈਠੀ ਅਤੇ ਬ੍ਰਿਧ ਜੀ ਨਾਲ ਤੁਰ ਪਏ। ਇਸ ਤਰ੍ਹਾਂ ਹੀ ਜਦ ਖਡੂਰ ਪਹੁੰਚ ਗਏ ਤਾਂ ਬੀਬੀ ਜੀ ਨੇ ਕਿਹਾ, ਪਿਤਾ ਜੀ ਤੁਸੀਂ ਇੱਥੇ ਬਾਹਰ ਹੀ ਠਹਿਰੋ, ਮੈਂ ਹੁਣੇ ਪਿਤਾ ਗੁਰੂ ਜੀ ਤੋਂ ਆਗਿਆ ਲੈ ਕੇ ਤੁਹਾਨੂੰ ਉਹਨਾਂ ਪਾਸ ਲੈ ਚੱਲਾਂਗੀ। ਜਦ ਬੀਬੀ ਘਰ ਜਾ ਕੇ ਪਿਤਾ ਜੀ ਨੂੰ ਬੜੇ ਪਿਆਰ ਨਾਲ ਮਿਲੀ ਤਾਂ ਗੁਰੂ ਜੀ ਨੇ ਪਿਆਰ ਦੇ ਕੇ ਆਖਿਆ, ਪੁੱਤਰੀ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਉਹਨਾਂ ਨੂੰ ਬਾਹਰ ਕਿਉਂ ਬਿਠਾ ਆਈ ਹੈ। ਤਦ ਬੀਬੀ ਬਾਹਰ ਜਾ ਕੇ ਸ਼੍ਰੀ ਅਮਰਦਾਸ ਜੀ ਨੂੰ ਲੈ ਆਈ। ਅੱਗੋਂ ਜਦ ਸ਼੍ਰੀ ਗੁਰੂ ਅੰਗਦ ਦੇਵ ਜੀ ਕੁੜਮ ਦਾ ਰਿਸ਼ਤਾ ਜਾਣ ਕੇ ਉੱਠ ਕੇ ਗਲ ਮਿਲਣ ਲਈ ਤਿਆਰ ਹੋਏ ਤਾਂ ਸ਼੍ਰੀ ਅਮਰਦਾਸ ਜੀ ਆਪ ਜੀ ਦੇ ਚਰਨਾਂ ਤੇ ਪੈ ਗਏ ਅਤੇ ਕਿਹਾ ਕਿ ਮੈਨੂੰ ਆਪਣਾ ਦਾਸ ਸਮਝੋ, ਕੁੜਮ ਨਾ ਸਮਝੋ। ਤਦ ਗੁਰੂ ਜੀ ਨੇ ਸਭ ਸੁੱਖ ਆਨੰਦ ਪੁੱਛ ਕੇ ਆਪਣੇ ਪਾਸ ਬਿਠਾ ਲਿਆ। ਜਦ ਬੈਠਿਆ ਕੁਝ ਸਮਾਂ ਬੀਤ ਗਿਆ ਤਾਂ ਰਸੋਈਏ ਨੇ ਆਣ ਕੇ ਬੇਨਤੀ ਕੀਤੀ ਕਿ ਪ੍ਰਸ਼ਾਦਾ ਤਿਆਰ ਹੈ, ਛਕਣਾ ਕਰੋ। ਗੁਰੂ ਜੀ ਉੱਠ ਕੇ ਲੰਗਰ ਵਿੱਚ ਚਲੇ ਗਏ ਅਤੇ ਸਭ ਸੰਗਤਾਂ ਦੀਆਂ ਪੰਗਤਾਂ ਲੱਗ ਗਈਆਂ। ਭਾਈ ਬੁੱਢਾ ਜੀ ਆਦਿ ਸਾਰੇ ਸਿੱਖ ਅਤੇ ਸ਼੍ਰੀ ਅਮਰਦਾਸ ਜੀ ਵੀ ਪੰਗਤਾਂ ਵਿੱਚ ਬੈਠ ਗਏ। ਇਸ ਤਰ੍ਹਾਂ ਮਿਲਾਪ ਹੋਇਆ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।